ਹਰ ਜੀਵ ਦਾ ਆਪਣੇ ਅੰਦਰ ਦਾ ਇੱਕ ਆਵਾ ਮੰਡਲ ਹੈ, ਅੰਦਰ ਦੀ ਇੱਕ ਪ੍ਰਕਿਰਤੀ ਹੈ, ਅੰਦਰ ਦੀ ਇੱਕ ਅਵਸਥਾ ਹੈ। ਉਹ ਕੋਈ ਜੀਵ ਹੋ ਸਕਦਾ ਹੈ ਜਿਹਦੀ ਅੰਦਰਲੀ ਪ੍ਰਕਿਰਤੀ, ਅੰਦਰ ਦਾ ਆਵਾ ਮੰਡਲ, ਅੰਦਰ ਦੀ ਅਵਸਥਾ ਇੱਕੋ ਜਿਹੀ ਹੋਵੇ। ਹਰ ਜੀਵ ਦਾ ਆਪਣਾ ਮੇਦਾ ਹੈ, ਹਰ ਜੀਵ ਦਾ ਆਪਣਾ ਸਵਾਦ ਹੈ। ਆਮ ਤੌਰ 'ਤੇ ਜੇ ਕੋਈ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਖਾਣਾ ਖਾਣ ਵਾਲੇ ਨੂੰ, ਜੇ ਪਰਿਵਾਰ ਦੇ ਵਿੱਚ 10 ਜੀਅ ਨੇ ਅਤੇ ਉਸ ਖਾਣੇ ਨੂੰ ਦੇਖ ਕੇ ਹਰ ਇੱਕ ਦੇ ਭੀਤਰ, ਹਰ ਇੱਕ ਪਰਿਵਾਰ ਦੇ ਜੀਵ ਦੇ ਵਿੱਚ ਇੱਕ ਅਵਸਥਾ ਉਤਪੰਨ ਹੋਏਗੀ ਉਸ ਖਾਣੇ ਨੂੰ ਦੇਖ ਕੇ। ਔਰ ਉਹ ਖਾਣਾ ਕਿਸੇ ਦੇ ਵਾਸਤੇ ਚਾਹ ਬਹੁਤ ਜ਼ਿਆਦਾ ਖੁਸ਼ੀ ਦਾ ਕਾਰਨ ਬਣੇਗਾ, ਔਰ ਉਹ ਖਾਣਾ ਕਿਸੇ ਦੇ ਵਾਸਤੇ ਨਾਰਾਜ਼ਗੀ ਦਾ ਕਾਰਨ ਬਣੇਗਾ। ਇਹ ਉਹ ਅਵਸਥਾ ਹੈ ਜਿਹੜੀ ਉਸ ਖਾਣੇ ਨੂੰ ਖਾਣ ਤੋਂ ਪਹਿਲਾਂ ਜੀਵਾਂ ਦੀ ਬਣੇਗੀ। ਉਸ ਤੋਂ ਬਾਅਦ ਜਦੋਂ ਖਾਣਾ ਜੀਵਾਂ ਨੂੰ ਪਰੋਸਿਆ ਜਾਏਗਾ, ਜੀਵਾਂ ਨੂੰ ਦਿੱਤਾ ਜਾਏਗਾ, ਫਿਰ ਉਸ ਖਾਣੇ ਨੂੰ ਜਦੋਂ ਜ਼ੁਬਾਨ 'ਤੇ ਲਾਇਆ ਜਾਏਗਾ, ਜ਼ੁਬਾਨ ਤੱਕ ਪਹੁੰਚਿਆ ਅਤੇ ਉਸ ਜ਼ੁਬਾਨ ਤੱਕ ਪਹੁੰਚਣ ਦੇ ਵਿੱਚ ਫਿਰ ਉਹੀ ਗੱਲ 10 ਦੇ 10 ਜੀਵਾਂ ਦੇ ਜ਼ੁਬਾਨ ਦਾ ਸਵਾਦ ਆਪਣਾ ਆਪਣਾ ਵੱਖ ਹੋਏਗਾ। ਕਿਸੇ ਨੂੰ ਉਹ ਤਿੱਖਾ ਲੱਗੇਗਾ, ਕਿਸੇ ਨੂੰ ਫਿੱਕਾ ਲੱਗੇਗਾ, ਕਿਸੇ ਨੂੰ ਲੂਣ ਦੀ ਕਮੀ, ਕਿਸੇ ਨੂੰ ਲੂਣ ਦਾ ਵੱਧ। ਹਰ ਜੀਵ ਦੇ ਜ਼ੁਬਾਨ ਦਾ ਸਵਾਦ ਜਿਹੜਾ ਹੋਵੇਗਾ ਉਹ ਆਪਣਾ ਆਪਣਾ ਵੱਖ ਹੋਵੇਗਾ। ਅਤੇ ਉਸ ਤੋਂ ਬਾਅਦ ਉਹ ਖਾਣਾ ਜਦੋਂ ਢਿੱਡ ਦੇ ਵਿੱਚ ਚਲਾ ਜਾਏਗਾ ਅਤੇ ਉਹ 10 ਦੇ 10 ਜੀਵਾਂ ਦੇ ਵਾਸਤੇ ਉਸ ਖਾਣੇ ਨੇ ਅੰਦਰ ਦੇ ਆਭਾ ਮੰਡਲ ਦੇ ਵਿੱਚ, ਅੰਦਰ ਦੇ ਮਿਹਦੇ ਦੇ ਵਿੱਚ ਹਰ ਜੀਵ ਦੇ ਵਾਸਤੇ ਵੱਖ-ਵੱਖ ਸਵਾਦ, ਵੱਖ-ਵੱਖ ਅੰਦਰ ਦਾ ਐਟਮੋਸਫੇਅਰ ਬਣਾਏਗਾ। ਹੁਣ ਇਹਦੇ ਵਿੱਚ ਖਾਣਾ ਇੱਕੋ ਹੀ ਹੈ, 10 ਵੱਖ-ਵੱਖ ਜੀਵ ਨੇ, ਇੱਕੋ ਹੀ ਜੀਵ ਨੇ ਉਹ ਖਾਣਾ ਤਿਆਰ ਕੀਤਾ, ਪਰ 10 ਦੇ 10 ਦੇ ਵਿੱਚ ਜਾ ਕੇ, ਉਹਨਾਂ ਦੇ ਸਮਕਸ਼ ਆ ਕੇ, ਉਹਨਾਂ ਦੀ ਜ਼ੁਬਾਨ 'ਤੇ ਲੱਗਣ ਤੋਂ ਬਾਅਦ ਅਤੇ ਉਹਨਾਂ ਦੇ ਹਾਜ਼ਮੇ ਦੀ ਤਾਕਤ ਤੱਕ ਉਸ ਖਾਣੇ ਦਾ ਹਰ ਇੱਕ ਜੀਵ 'ਤੇ ਆਪਣਾ ਵੱਖਰਾ ਪ੍ਰਭਾਵ ਹੋਵੇਗਾ, ਵੱਖਰਾ ਪ੍ਰਭਾਵ ਪਏਗਾ। ਉਸੇ ਤਰੀਕੇ ਨਾਲ ਜੀਵਨ ਦੇ ਵਿੱਚ ਜਦੋਂ ਕੋਈ ਰੱਬ ਦੀ ਗੱਲ ਕਰਦਾ ਹੈ, ਰੱਬ ਇੱਕੋ ਹੀ ਹੈ, ਰੱਬ ਵੱਖ-ਵੱਖ ਨਹੀਂ ਹੈ, ਰੱਬ ਇੱਕੋ ਹੀ ਹੈ। ਦੁਨੀਆ ਦੇ ਵਿੱਚ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ, ਜਦੋਂ ਤੋਂ ਪ੍ਰਕਿਰਤੀ ਬਣੀ, ਹਰ ਇੱਕ ਜੀਵ ਨੇ ਇਹੀ ਗੱਲ ਕਹੀ, ਜੋ ਵੀ ਕੋਈ ਮਹਾਂਪੁਰਸ਼ ਆਏ ਉਹਨਾਂ ਨੇ ਇੱਕੋ ਗੱਲ ਕਹੀ ਕਿ ਰੱਬ ਇੱਕ ਹੈ, ਰੱਬ ਵੱਖ ਨਹੀਂ। ਅਤੇ ਵੱਖ ਕਿੱਦਾਂ ਹੋਇਆ? ਉਹ ਰੱਬ ਪਹਿਲਾਂ ਕਿਸੇ ਦੇ ਸਮਕਸ਼, ਕਿਸੇ ਨੇ ਉਹਦੀ ਪ੍ਰਾਪਤੀ ਕਰਨ ਵਾਸਤੇ ਕਿਹੋ ਜਿਹੀ ਮਿਹਨਤ ਕੀਤੀ। ਕੋਈ ਜੀਵ ਹੈ ਉਸ ਰੱਬ ਨੂੰ ਨਿਰਾਕਾਰ ਮੰਨਦਾ ਹੈ, ਜਿਹਦਾ ਕੋਈ ਆਕਾਰ ਨਹੀਂ ਹੈ, ਜੋ ਕੋਈ ਸਰੀਰ ਦੇ ਵਿੱਚ ਨਹੀਂ ਹੈ, ਕੋਈ ਵੀ ਰੰਗ ਦੇ ਵਿੱਚ ਰੂਪ ਰੇਖਾਂਕਿਤ ਨਹੀਂ ਕੀਤਾ ਜਾ ਸਕਦਾ। ਕਿਸੇ ਨੇ ਉਸ ਰੱਬ ਨੂੰ ਨਿਰਾਕਾਰ ਮੰਨਿਆ ਹੈ, ਕਿਸੇ ਨੇ ਉਸ ਰੱਬ ਨੂੰ ਸਾਕਾਰ ਰੂਪ ਮੰਨਿਆ ਹੈ, ਭਾਵ ਉਹ ਸਰੀਰ ਦੇ ਵਿੱਚ, ਸਰੀਰ ਦੇ ਰੂਪ ਦੇ ਵਿੱਚ ਉਹ ਰੱਬ ਆਇਆ ਹੈ। ਅਤੇ ਜਿਨ੍ਹਾਂ ਨੇ ਉਸ ਰੱਬ ਨੂੰ ਨਿਰਾਕਾਰ ਮੰਨਿਆ ਹੈ, ਉਹ ਕਹਿੰਦੇ ਨੇ ਕਿ ਉਹ ਨਿਰਾਕਾਰ ਹੈ, ਕਿਸੇ ਰੂਪ ਦੇ ਵਿੱਚੋਂ ਨਹੀਂ ਆਇਆ। ਅਤੇ ਉਹ ਜੋ ਨਿਰਾਕਾਰ ਦੀ ਅਵਸਥਾ ਨੂੰ ਲੈ ਕੇ ਚੱਲੇ, ਉਹਨਾਂ ਦੇ ਵਿੱਚ ਵੀ ਜਿਹੜੀ ਪਰੇਸ਼ਾਨੀ ਆਈ, ਦੁਵਿਧਾ ਆਈ, ਉਹ ਸਾਕਾਰ ਰੂਪ ਦੇ ਨਾਲ ਉਹ ਪ੍ਰੇਮ ਨਹੀਂ ਪੈਦਾ ਕਰ ਸਕੇ। ਉਹ ਜੋ ਸਰੀਰ, ਉਹ ਜੋ ਰੂਪ, ਉਹ ਜੋ ਜੀਵ ਸਾਕਾਰ ਰੂਪ 'ਚ ਸਾਡੇ ਸਮਕਸ਼ ਆਉਂਦੇ ਨੇ, ਉਹਨਾਂ ਦੇ ਸਮਕਸ਼ ਆਏ, ਉਹਨਾਂ ਨੇ ਵੀ, ਅਗਰ 100 ਜੀਵਾਂ ਨੇ ਗੱਲ ਕੀਤੀ ਕਿ ਉਹ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹਨਾਂ 100 ਜੀਵਾਂ ਦੇ ਵਿੱਚੋਂ ਕੁਝ ਕੁ ਹੋਣਗੇ ਜਿਨ੍ਹਾਂ ਨੇ ਉਸ ਨਿਰਾਕਾਰ ਨੂੰ ਸਾਕਾਰ ਰੂਪ ਦੇ ਵਿੱਚ ਵੀ ਦੇਖਿਆ।
ਸਾਕਾਰ ਰੂਪ ਭਾਵ ਸਰੀਰ ਦੇ ਵਿੱਚ ਵੀ ਦੇਖਿਆ। ਉਹ ਕੁਝ ਕੁ ਸੀਗੇ। ਉਸ ਤੋਂ ਬਾਅਦ ਉਹ ਜੀਵਾਂ ਦੀ ਜਿਨ੍ਹਾਂ ਨੇ ਕਿਹਾ ਕਿ ਉਹ ਨਿਰਾਕਾਰ ਹੈ, ਉਹਨਾਂ ਦੀ ਗੱਲ ਲੈ ਕੇ ਜਿਹੜੇ ਜੀਵ ਅੱਗੇ ਤੁਰੇ ਉਹ ਕਿਤੇ ਵੀ ਨਹੀਂ ਪਹੁੰਚ ਸਕੇ। ਉਹ ਕਹਿੰਦੇ ਨੇ ਨਿਰਾਕਾਰ, ਰੱਬ ਨਿਰਾਕਾਰ ਹੈ। ਤੇ ਉਹ ਜੋ ਸਾਕਾਰ ਰੂਪ ਦੇ ਵਿੱਚ ਜੀਵ ਸਾਡੇ ਇਰਦ ਗਿਰਦ ਘੁੰਮਦੇ ਨੇ, ਉਹ ਉਹਨਾਂ ਦੇ ਵਿੱਚ ਉਸ ਰੱਬ ਨੂੰ ਨਹੀਂ ਦੇਖ ਪਾਉਂਦੇ ਔਰ ਉਹ ਸਾਕਾਰ ਰੂਪ ਦੇ ਨਾਲ ਨਫ਼ਰਤ ਕਰਨ ਲੱਗ ਗਏ, ਈਰਸ਼ਾ ਦਵੈਸ਼ ਕਰਨ ਲੱਗ ਗਏ। ਉਹ ਜੋ ਕਲਯੁਗ ਦੇ ਮਾਲਕ ਨਾਨਕ ਪਾਤਸ਼ਾਹ, ਉਹਨਾਂ ਨੂੰ ਵੀ ਜਦੋਂ ਉਹਨਾਂ ਨੇ ਗੱਲ ਕੀਤੀ ਇੱਕ ਓਂਕਾਰ ਔਰ ਰੱਬ ਇੱਕੋ ਹੀ ਹੈ, ਜਦੋਂ ਉਹਨਾਂ ਨੇ ਇਹ ਗੱਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਉਹ ਨਿਰਾਕਾਰ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਉਹ ਨਾ ਰੂਪ ਦੇ ਵਿੱਚ ਆ ਸਕਦਾ ਹੈ, ਨਾ ਰੇਖਾਂਕਿਤ ਕੀਤਾ ਜਾ ਸਕਦਾ, ਉਹਦਾ ਕੋਈ ਰੰਗ, ਉਹ ਰੱਬ ਨਿਰਾਕਾਰ ਹੈ। ਪਰ ਉਸ ਤੋਂ ਬਾਵਜੂਦ ਜਦੋਂ ਮੋਦੀ ਖਾਨੇ 'ਚ 13 ਦਾ ਸੌਦਾ ਤੋਲ ਰਹੇ ਸੀਗੇ ਤੇ ਕੋਈ ਰੱਬ ਸਾਕਾਰ ਰੂਪ ਦੇ ਵਿੱਚ ਉਹਨਾਂ ਦੇ ਸਮਕਸ਼ ਆਏ। ਉਸ ਸਾਕਾਰ ਰੂਪ ਨੂੰ ਜਦੋਂ ਉਹਨਾਂ ਨੇ ਦੇਖਿਆ ਤੇ ਉਸ ਸਾਕਾਰ ਰੂਪ ਦੇ ਵਿੱਚ ਉਸ ਨਿਰਾਕਾਰ ਦੇ ਜਦੋਂ ਦਰਸ਼ਨ ਹੋਏ ਤੇ ਦਰਸ਼ਨ ਹੋਣ ਤੋਂ ਬਾਅਦ ਉਹਨਾਂ ਦਾ ਜੀਵਨ ਬਦਲ ਗਿਆ। ਉਹਨੇ ਨਾਨਕ ਪਾਤਸ਼ਾਹ, ਉਹ ਜਦੋਂ ਕੁੱਤੇ ਦੇ ਰੂਪ ਦੇ ਵਿੱਚ ਭਗਤ ਨਾਮਦੇਵ ਜੀ ਦਾ ਖਾਣਾ ਲੈ ਕੇ ਦੌੜਦਾ ਹੈ ਤੇ ਉਹਨਾਂ ਨੇ ਉਸ ਤੋਂ ਈਰਸ਼ਾ ਦਵੈਸ਼ ਨਹੀਂ ਕੀਤਾ, ਉਹਦੇ ਪਿੱਛੇ ਘੇ ਲੈ ਕੇ ਭੱਜਦੇ ਨੇ। ਉਹਨਾਂ ਨੇ ਉਸ ਦੇ ਵਿੱਚ ਵੀ ਉਸ ਸਾਕਾਰ ਰੂਪ ਦੇ ਦਰਸ਼ਨ ਕੀਤੇ, ਨਿਰਾਕਾਰ ਦੇ, ਉਸ ਸਾਕਾਰ ਰੂਪ 'ਚ। ਇਹੋ ਜਿਹੇ ਕਿੰਨੇ ਕੁ ਜੀਵ ਨੇ ਗਿਣਤੀ ਦੇ ਵਿੱਚ ਇਹੋ ਜਿਹੇ ਜੀਵ ਸੀਗੇ ਜੋ ਭਾਈ ਕਨ੍ਹੱਈਆ ਸੀਗੇ। ਉਹਨਾਂ ਨੇ ਵੀ ਉਸ ਨਿਰਾਕਾਰ ਦੇ ਰੂਪ ਸਾਕਾਰ ਰੂਪ ਦੇ ਵਿੱਚ ਦਰਸ਼ਨ ਕੀਤੇ। ਤਾਂ ਹੀ ਦਸਮ ਪਾਤਸ਼ਾਹ ਨੂੰ ਕਿਹਾ ਕਿ ਉਹ ਜੋ ਰੱਬ ਹੈ ਮੈਨੂੰ ਤੇ ਹਰ ਇੱਕ ਦੇ ਵਿੱਚ ਦਿਖਦਾ ਹੈ। ਇਹ ਗੱਲ ਵੱਖ ਹੈ ਕਿ ਉਹਨਾਂ ਨੂੰ ਸਾਕਾਰ ਰੂਪ ਦੇ ਵਿੱਚ ਪ੍ਰਵਾਨ ਕੀਤਾ, ਸਾਕਾਰ ਰੂਪ ਦੇ ਵਿੱਚ ਦਸਮ ਪਾਤਸ਼ਾਹ ਦੇ ਰੂਪ ਦੇ ਵਿੱਚ ਮੰਨਿਆ, ਪਰ ਉਹਨਾਂ ਦਾ ਨਿਰਾਕਾਰ ਰੂਪ ਹਰ ਇੱਕ ਜੀਵ ਦੇ ਵਿੱਚ ਵੇਖਿਆ। ਇਹੋ ਜਿਹੀ ਅਵਸਥਾ ਦੇ ਜੀਵ ਕਿੰਨੇ ਨੇ। ਤੇ ਉਹ ਜਿਹੜੇ ਨਿਰਾਕਾਰ ਨੂੰ ਆਪਣਾ ਰੱਬ ਮੰਨ ਕੇ ਚੱਲੇ, ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਕਰ ਲਿਆ। ਇਸ ਪ੍ਰਕਿਰਤੀ ਦੇ ਨਾਲ, ਇਸ ਦੁਨੀਆਦਾਰੀ ਦੇ ਨਾਲ, ਇਹਨਾਂ ਲੋਕਾਂ ਦੇ ਨਾਲ ਪ੍ਰੇਮਾ ਭਗਤੀ ਛੱਡ ਕੇ ਉਹ ਇੱਕੋ ਗੱਲ ਕਹਿੰਦੇ ਨੇ, ਉਹ ਨਿਰਾਕਾਰ ਹੈ। ਉਸ ਨਿਰਾਕਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਕੁਝ ਉਹ ਨੇ ਜਿਨ੍ਹਾਂ ਨੇ ਉਹਨੂੰ ਸਾਕਾਰ ਰੂਪ ਦੇ ਦਿੱਤਾ। ਸਾਕਾਰ ਰੂਪ ਕਿਵੇਂ ਦਿੱਤਾ? ਕੋਈ ਨਾ ਕੋਈ ਰੱਬ ਰੂਪ ਲੈ ਕੇ, ਸਰੀਰਕ ਰੂਪ ਲੈ ਕੇ ਉਹ ਰੱਬ ਜਦੋਂ ਇਸ ਧਰਤੀ 'ਤੇ ਅਵਤਾਰ ਧਾਰਨ ਕੀਤਾ, ਚਾਹੇ ਉਹ ਕੋਈ ਭੋਲੇਨਾਥ ਦਾ ਨਾਮ ਲੈ ਰਹੇ ਨੇ, ਕੋਈ ਰਾਮਚੰਦਰ ਮਹਾਰਾਜ ਜੀ ਦਾ, ਕੋਈ ਨਾਨਕ ਪਾਤਸ਼ਾਹ ਦਾ, ਕੋਈ ਗੌਤਮ ਬੁੱਧ ਦਾ, ਕੋਈ ਕ੍ਰਾਈਸਟ ਸਾਹਿਬ ਦਾ, ਕੋਈ ਮੁਹੰਮਦ ਸਾਹਿਬ ਦਾ। ਹੁਣ ਉਹ ਜਿਹੜੇ ਸਾਕਾਰ ਰੂਪ ਦੇ ਵਿੱਚ ਜਿਨ੍ਹਾਂ ਨੂੰ ਰੱਬ ਦੇ ਦਰਸ਼ਨ ਹੋਏ, ਉਹ ਜੀਵ ਜਿਨ੍ਹਾਂ ਨੂੰ ਮੌਜੂਦਾ ਸਮਾਂ, ਅਗਰ ਮੁਹੰਮਦ ਸਾਹਿਬ ਦੀ ਗੱਲ ਕਰੀਏ, ਮੁਹੰਮਦ ਸਮੇਂ ਦੇ ਮੌਜੂਦਾ ਸਮੇਂ ਦੇ ਵਿੱਚ ਕਿੰਨੇ ਕੁ ਸੀਗੇ ਜਿਨ੍ਹਾਂ ਨੂੰ ਉਸ ਨਿਰਾਕਾਰ ਦੇ ਦਰਸ਼ਨ ਉਸ ਸਾਕਾਰ ਰੂਪ ਦੇ ਵਿੱਚ ਹੋਏ ਤੇ ਉਸ ਸਾਕਾਰ ਨੂੰ ਉਹਨਾਂ ਨੇ ਰੱਬ ਮੰਨ ਲਿਆ। ਨਾਨਕ ਪਾਤਸ਼ਾਹ ਦੇ ਸਮੇਂ ਦੇ ਵਿੱਚ ਉਹ ਜਿਨ੍ਹਾਂ ਦੇ ਬਾਬਤ ਕਿਹਾ ਗਿਆ, ਕਲ ਤਾਰਨ ਗੁਰੂ ਨਾਨਕ ਆਇਆ, ਆਪ ਨਾਰਾਇਣ ਕਲਾਧਾਰ ਜਗ ਮੇ ਪਰਵਰਿਓ। ਤੇ ਉਸ ਸਮੇਂ ਦੇ ਵਿੱਚ ਕਿੰਨੇ ਕੁ ਸੀਗੇ ਜਿਨ੍ਹਾਂ ਨੂੰ ਉਹਨਾਂ ਦੇ ਨਾਲ ਉਸ ਸਾਕਾਰ ਰੂਪ ਦੇ ਨਾਲ ਪ੍ਰੇਮ ਹੋਇਆ, ਉਸ ਸਾਕਾਰ ਰੂਪ ਦੇ ਵਿੱਚ ਉਹ ਰੱਬ ਦੇ ਦਰਸ਼ਨ ਹੋਏ। ਕੁਝ ਕੁ ਸੀਗੇ। ਤੇ ਹੁਣ ਦੁਵਿਧਾ ਆਈ ਕਿ ਉਹ ਜਿਨ੍ਹਾਂ ਨੇ ਸਾਕਾਰ ਰੂਪ ਨੂੰ ਆਪਣਾ ਰੱਬ ਮੰਨ ਲਿਆ, ਉਹ ਵੀ ਉਸ ਉਲਝਣ 'ਚ ਫਸ ਗਏ। ਉਹਨਾਂ ਨੇ ਉਸ ਸਾਕਾਰ ਰੂਪ ਦੀਆਂ ਤਸਵੀਰਾਂ, ਮੂਰਤੀਆਂ ਬਣਾ ਲਈਆਂ ਔਰ ਹੁਣ ਉਸ ਨਿਰਾਕਾਰ ਨੂੰ ਉਸ ਸਾਕਾਰ ਰੂਪ ਦੇ ਵਿੱਚ ਲੱਭ ਰਹੇ ਨੇ। ਔਰ ਉਹ ਸਾਕਾਰ ਰੂਪ ਜਾਂ ਉਹ ਮੂਰਤੀ ਦੇ ਰੂਪ ਦੇ ਵਿੱਚ ਹੈ ਜਾਂ ਕਿਸੇ ਤਸਵੀਰ ਦੇ ਰੂਪ ਦੇ ਵਿੱਚ। ਤੇ ਮੂਰਤੀ ਔਰ ਤਸਵੀਰ ਦੇ ਵਿੱਚ ਉਹ ਵੀ ਲੱਭਣ ਲੱਗੇ, ਪਰ ਉਹ ਜੀਆ ਜੰਤ ਜਿਹੜੇ ਸਾਕਾਰ ਰੂਪ, ਸਰੀਰ ਰੂਪ ਮਨੁੱਖ ਜਿਹੜੇ ਸਾਡੇ ਇਰਦ ਗਿਰਦ ਘੁੰਮ ਰਹੇ, ਪ੍ਰੇਮਾ ਭਗਤੀ ਉਹ ਉਹਨਾਂ ਦੇ ਨਾਲ ਵੀ ਨਹੀਂ ਕਰ ਸਕੇ। ਉਹ ਜਿਹੜੇ ਨਿਰਾਕਾਰ ਨੂੰ ਰੱਬ ਮੰਨ ਰਹੇ ਤੇ ਉਹ ਜਿਹੜੇ ਸਾਕਾਰ ਰੂਪ ਨੂੰ ਰੱਬ ਮੰਨ ਰਹੇ,
ਇਹ ਉਹ ਜਿਹੜਾ ਸਾਕਾਰ ਰੂਪ ਮਨੁੱਖਾਂ ਇਨਸਾਨਾਂ ਦੇ ਰੂਪ ਦੇ ਵਿੱਚ ਸਾਡੇ ਇਰਦ ਗਿਰਦ ਘੁੰਮ ਰਿਹਾ ਹੈ, ਉਹਦੇ ਕਰੀਬ ਨਹੀਂ ਹੋ ਸਕੇ, ਉਹਨੂੰ ਰੱਬ ਨਹੀਂ ਮੰਨ ਸਕੇ। ਉਹਨਾਂ ਦੇ ਵਿੱਚ ਰੱਬ ਹੈ, ਉਹ ਰੱਬ ਉਹਨਾਂ ਨੂੰ ਉਹਨਾਂ ਦੇ ਵਿੱਚ ਨਹੀਂ ਦਿਖਿਆ। ਜਾਂ ਉਹ ਨਿਰਾਕਾਰ ਮੰਨ ਲਿਆ ਕਿ ਉਹਦਾ ਕੋਈ ਰੂਪ ਨਹੀਂ ਹੈ, ਰੇਖਾਂਕਿਤ ਨਹੀਂ ਕੀਤਾ ਜਾ ਸਕਦਾ। ਜਾਂ ਉਹ ਜਿਨ੍ਹਾਂ ਨੇ ਉਹਨੂੰ ਰੱਬ ਮੰਨਿਆ ਉਹਨਾਂ ਨੇ ਉਹਨੂੰ ਤਸਵੀਰ ਰੂਪ ਦੇ ਦਿੱਤੀ, ਮੂਰਤੀ ਰੂਪ ਦੇ ਦਿੱਤਾ। ਪਰ ਕਿਹੜੇ ਰੂਪ ਦੇ ਵਿੱਚ ਉਹ ਰੱਬ ਸਾਡੇ ਇਰਦ ਗਿਰਦ ਘੁੰਮਦਾ ਹੈ, ਸਾਡੇ ਸਮਕਸ਼ ਆਉਂਦਾ ਹੈ, ਉਹ ਸਮਝਾਉਣ ਦੇ ਵਾਸਤੇ ਹੀ ਬੁੱਲੇ ਸ਼ਾਹ ਵਰਗੇ ਫਕੀਰਾਂ ਨੇ ਸਾਡੇ ਵਰਗੇ ਆਮ ਜੀਵਾਂ ਦੇ ਸਮਕਸ਼ ਗੱਲ ਰੱਖਤੀ। ਕਹਿੰਦੇ ਕਿ ਬੁੱਲਿਆ, ਰੱਬ ਤਾਂ ਤੇਤੋਂ ਵੱਖ ਹੀ ਨਹੀਂ, ਪਰ ਤੇਰਾ ਵੀ ਕਸੂਰ ਨਹੀਂ। ਕਿਉਂ? ਕਾਰਨ ਕਿ ਤੇਰੇ ਕੋਲ ਉਹਨੂੰ ਦੇਖਣ ਵਾਲੀ ਉਹ ਅੱਖ ਹੀ ਨਹੀਂ, ਸਾਡੇ ਕੋਲ ਉਹ ਅੱਖ ਨਹੀਂ। ਅਸੀਂ ਉਸ ਰੱਬ ਨੂੰ ਕਿਸੇ ਵੀ ਰੂਪ ਦੇ ਵਿੱਚ ਨਹੀਂ ਦੇਖ ਪਾ ਰਹੇ, ਨਹੀਂ ਦੇਖਣਾ ਚਾਹੁੰਦੇ। ਸੱਚ ਦੇ ਵਿੱਚ ਸਾਡੀ ਸੱਚਾਈ ਇਹੀ ਹੈ ਕਿ ਅਸੀਂ ਉਹਨੂੰ ਦੇਖਣਾ ਨਹੀਂ ਚਾਹੁੰਦੇ, ਉਹਨੂੰ ਮਿਲਣਾ ਨਹੀਂ ਚਾਹੁੰਦੇ। ਉਹ ਅਦ੍ਰਿਸ਼ ਹੀ ਰਵੇ ਤਾਂ ਜੋ ਸਾਨੂੰ ਉਹ ਟੋਕ ਨਾ ਸਕੇ, ਉਹ ਮੂਰਤੀ ਰੂਪ ਦੇ ਵਿੱਚ ਹੀ ਰਵੇ ਤਾਂ ਜੋ ਸਮਕਸ਼ ਸਾਡੇ ਉਹ ਬੋਲ ਨਾ ਸਕੇ, ਉਹ ਸਰੀਰ ਰੂਪ ਦੇ ਵਿੱਚ ਹੀ ਰਵੇ, ਕਿਸੇ ਤਸਵੀਰ ਦੇ ਰੂਪ ਵਿੱਚ ਰਵੇ ਤਾਂ ਜੋ ਸਾਨੂੰ ਟੋਕ ਨਾ ਸਕੇ। ਪਰ ਉਸ ਰੱਬ ਨੇ ਅੱਗੇ ਸਾਨੂੰ ਇਹ ਵੀ ਸਮਝਾਇਆ, ਉਹਨਾਂ ਨੇ ਜਿਹੜੀਆਂ ਆਪਣੀ ਬਾਣੀ, ਜਿਹੜੀ ਆਪਣੀ ਲੇਖਣੀ, ਜਿਹੜੀਆਂ ਗੱਲਾਂ ਉਹ ਸਰੀਰ ਰੂਪ ਦੇ ਵਿੱਚ ਜਿਹੜੇ ਸਾਕਾਰ ਰੱਬ ਸੀਗੇ, ਉਹ ਜੋ ਸਾਨੂੰ ਸਮਝਾਉਂਦੇ ਸੀਗੇ, ਉਹ ਜੋ ਅਸੀਂ ਉਸ ਸਮੇਂ ਨਹੀਂ ਸਮਝੀਆਂ, ਤੇ ਉਹਨਾਂ ਨੇ ਆਪਣੀ ਲਿਖਤ, ਆਪਣੀਆਂ ਗੱਲਾਂ ਲਿਖਤ ਰੂਪ ਦੇ ਵਿੱਚ ਛੱਡ ਦਿੱਤੀਆਂ, ਜਿਨ੍ਹਾਂ ਨੂੰ ਅਸੀਂ ਬਾਣੀ ਕਹਿੰਦੇ ਹਾਂ, ਉਹਨਾਂ ਦੇ ਵਚਨ ਕਹਿੰਦੇ ਹਾਂ, ਉਹਨਾਂ ਦੀਆਂ ਗੱਲਾਂ ਕਹਿੰਦੇ ਹਾਂ। ਤੇ ਉਹਨਾਂ ਦੇ ਲਿਖਤ ਗੱਲਾਂ ਦੇ ਵਿੱਚੋਂ ਉਹਨਾਂ ਨੇ ਸਾਨੂੰ ਸਮਝਾ ਦਿੱਤਾ, ਕਹਿ ਦਿੱਤਾ, ਕਹਿੰਦੇ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਬਾਣੀ ਰੂਪ ਜਿਹੜਾ ਉਹ ਹੋਰ ਕੋਈ ਵੀ ਨਹੀਂ, ਉਹ ਗੁਰੂ, ਉਹ ਸਾਕਾਰ ਰੂਪ ਦੀ ਗੱਲ ਕਰ ਰਹੇ ਨੇ। ਬਾਣੀ ਕਹੇ ਸੇਵਕ ਜਨ ਮਨ। ਹੁਣ ਉਹ ਜਿਹੜੀ ਬਾਣੀ ਜੋ ਸਾਨੂੰ ਕਹਿ ਰਹੀ ਹੈ, ਜੋ ਲੇਖਣੀ ਹੈ ਉਹਨਾਂ ਮਹਾਂਪੁਰਸ਼ਾਂ ਦੀ, ਉਹ ਆਪਣੀਆਂ ਗੱਲਾਂ ਦੇ ਜ਼ਰੀਏ ਜੋ ਸਾਨੂੰ ਸਮਝਾ ਰਹੇ ਨੇ। ਬਾਣੀ ਕਹੇ ਸੇਵਕ ਜਨ ਮਾਨੇ, ਜੇ ਨੇ ਉਹ ਗੱਲ ਸੁਣ ਕੇ ਮੰਨੀ, ਪੜ੍ਹ ਲਈ, ਸੁਣ ਲਈ ਤੇ ਮੰਨੀ, ਪ੍ਰਤੱਖ ਗੁਰੂ ਨਿਸਤਾਰੇ। ਉਹ ਫਿਰ ਜਿਹੜਾ ਸਾਕਾਰ ਰੂਪ ਜਿਹਨੂੰ ਲੈ ਕੇ ਅਸੀਂ ਤੁਰੇ ਹਾਂ, ਜਿਹਨੂੰ ਅਸੀਂ ਧਿਆਉਂਦੇ ਹਾਂ, ਜਾਂ ਨਿਰਾਕਾਰ ਰੂਪ, ਉਹ ਸਾਡੇ ਸਮਕਸ਼ ਫਿਰ ਸਾਕਸ਼ਾਤ ਖੜਾ ਹੋ ਕੇ ਸਾਡੇ ਨਾਲ ਗੱਲ ਕਰਦਾ। ਇਹ ਹੈ ਨਿਰਾਕਾਰ ਔਰ ਸਾਕਾਰ ਦੀ ਗੱਲ। ਤੇ ਇਹਦੇ ਵਿੱਚੋਂ ਇਹ ਜਿਹੜੇ ਜੀਆ ਜੰਤ ਸਾਡੇ ਮਨੁੱਖੀ ਜੀਵ ਸਾਡੇ ਇਰਦ ਗਿਰਦ ਘੁੰਮਦੇ ਨੇ, ਜੋ ਸਾਕਾਰ ਰੂਪ ਨੇ, ਉਹਨਾਂ ਦੇ ਬਾਬਤ ਕੀ ਕਹਿਤਾ ਗਿਆ, ਉਹ ਵੀ ਗੱਲ ਸਾਨੂੰ ਸਮਝ ਨਹੀਂ ਆਈ, ਉਹ ਵੀ ਗੱਲ ਅਸੀਂ ਸਮਝਣਾ ਨਹੀਂ ਚਾਹੁੰਦੇ। ਉਹਦੇ ਬਾਬਤ ਕਹਿ ਦਿੱਤਾ ਗਿਆ, ਉਹਨਾਂ ਨੇ ਸ਼ਰੇਆਮ ਕਹਿੰਦੇ ਕਿ ਸੱਚ ਕਹੋ ਸੁਣ ਲੈ ਹੋ ਸਭ। ਉਹ ਕਹਿੰਦੇ ਕਿ ਅਸੀਂ ਸੱਚ ਕਹਿ ਰਹੇ ਹਾਂ। ਹਰ ਜੀਵ, ਕੋਈ ਜਾਤ ਦੀ, ਕੋਈ ਧਰਮ ਦੀ, ਕੋਈ ਰੰਗ ਰੂਪ ਦੀ ਗੱਲ ਨਹੀਂ ਕੀਤੀ, ਕੋਈ ਅਮੀਰੀ ਗਰੀਬੀ ਦੀ ਗੱਲ ਨਹੀਂ ਕੀਤੀ, ਕੋਈ ਊਚ ਨੀਚ ਦੀ ਗੱਲ ਨਹੀਂ ਕੀਤੀ। ਸਭ ਹੈ ਸੱਚ ਕਹੂੰ ਸੁਣ ਲੈ ਹੋ ਸਭ। ਸਾਨੂੰ ਸਾਰਿਆਂ ਨੂੰ ਕਿਹਾ ਗਿਆ, ਸਾਰੇ ਸੁਣ ਲਓ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਜੀਵ ਜਿਹਦੇ ਭੀਤਰ ਪ੍ਰੇਮਾ ਰਸ ਹੈ, ਪ੍ਰੇਮਾ ਭਗਤੀ ਹੈ, ਉਹੀ ਰੱਬ ਨੂੰ ਪਾ ਸਕਦਾ, ਚਾਹੇ ਉਹ ਨਿਰਾਕਾਰ ਹੈ ਜਾਂ ਸਾਕਾਰ ਹੈ, ਚਾਹੇ ਉਹ ਨਿਰਾਕਾਰ ਹੈ ਜਾਂ ਸਾਕਾਰ ਹੈ। ਹੁਣ ਸਾਡੇ ਮਨ ਦੀ ਅਵਸਥਾ ਹੈ, ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਹਾਂ, ਤੇ ਜਦੋਂ ਸਮਝਣ ਦੀ ਗੱਲ ਕੀਤੀ ਗਈ ਤੇ ਪ੍ਰੇਮ ਹੈ ਕੀ, ਪ੍ਰੇਮ ਰਸ ਹੈ ਕੀ, ਪ੍ਰੇਮਾ ਭਗਤੀ ਹੈ ਕੀ। ਪ੍ਰੇਮਾ ਭਗਤੀ ਉਹ ਹੈ ਜਿਹੜੀ ਉਹ ਜੀਵ ਜਿਹੜੇ ਨਿਰਾਕਾਰ ਨੂੰ ਆਪਣਾ ਰੱਬ ਮੰਨਦੇ ਨੇ, ਜਿਹੜੀ ਭਾਵਨਾ ਉਹਨਾਂ ਦੀ ਉਸ ਨਿਰਾਕਾਰ ਵਾਸਤੇ ਹੈ, ਉਹੀ ਭਾਵਨਾ ਜਦੋਂ ਉਹਨਾਂ ਦੀ ਇਹ ਜੀਆ ਜੰਤ ਵਾਸਤੇ, ਸਾਡੇ ਵਰਗੇ ਮਨੁੱਖਾਂ ਵਾਸਤੇ ਵੀ ਉਹੀ ਭਾਵਨਾ ਜਦੋਂ ਹੋ ਜਾਏਗੀ, ਤੇ ਉਹ ਜਿਹੜੇ ਸਾਕਾਰ ਰੂਪ ਮੰਨ ਕੇ ਚੱਲੇ ਨੇ ਕਿਸੇ ਰੱਬ ਨੂੰ, ਤੇ ਉਹ ਜਿਹੜੀ ਭਾਵਨਾ ਉਹ ਸਾਕਾਰ ਰੂਪ ਦੇ ਵਾਸਤੇ ਹੈ, ਜਦੋਂ ਉਹੀ ਭਾਵਨਾ ਸਾਡੀ ਇਹਨਾਂ ਮਨੁੱਖਾਂ ਦੇ ਵਾਸਤੇ, ਆਪਣੇ ਇਰਦ ਗਿਰਦ ਜੀਆ ਜੰਤ ਦੇ ਵਾਸਤੇ ਜਦੋਂ ਇਹ ਭਾਵਨਾ ਹੋ ਜਾਏਗੀ, ਉਹਨੂੰ ਕਿਹਾ ਜਾਂਦਾ ਪ੍ਰੇਮਾ ਭਗਤੀ।
ਪ੍ਰੇਮ ਭਾਵਨਾ। ਜਦੋਂ ਉਹ ਅਵਸਥਾ ਸਾਡੇ ਵਿੱਚ ਆ ਜਾਏਗੀ ਤਾਂ ਜਾ ਕੇ ਸਾਨੂੰ ਉਸ ਰੱਬ ਦੀ ਪ੍ਰਾਪਤੀ ਹੋਏਗੀ। ਜਿਨ ਪ੍ਰੇਮ ਕੀਓ। ਤੇ ਅਸੀਂ ਆਪਣੇ ਇਰਦ ਗਿਰਦ ਜੋ ਜੀਆ ਜੰਤ ਨੇ, ਸਰੀਰ ਰੂਪ 'ਚ ਘੁੰਮਦੇ ਨੇ, ਇਹਨਾਂ ਨਾਲ ਸਾਨੂੰ ਪ੍ਰੇਮ ਨਹੀਂ। ਇਹ ਜਿਹੜੀ ਪ੍ਰਕਿਰਤੀ ਸਾਡੇ ਸਮਕਸ਼ ਘੁੰਮ ਰਹੀ ਹੈਗੀ ਹੈ, ਸਾਨੂੰ ਇਸ ਪ੍ਰਕਿਰਤੀ ਲਈ ਕੋਈ ਪ੍ਰੇਮਾ ਭਗਤੀ ਨਹੀਂ। ਉਹ ਸਾਨੂੰ ਜਿਹੜੀ ਚਾਰ ਦੀਵਾਰੀ ਦੇ ਦਿੱਤੀ ਗਈ, ਇਹਨਾਂ ਦੀ ਦੇਖ ਰੇਖ ਕਰਨ ਵਾਸਤੇ ਸਾਨੂੰ ਕੋਈ ਸਵਾਦ ਨਹੀਂ। ਜਿੱਥੇ ਗੰਦ ਪਿਆ ਹੈ, ਜਿੱਥੇ ਕਚਰਾ ਪਿਆ ਹੈ, ਜਿੱਥੇ ਜਿਹੜਾ ਹਾਲ ਹੈਗਾ, ਆਪਣੇ ਘਰਾਂ ਦੇ ਟੋਇਲਟਸ ਤੋਂ ਲੈ ਕੇ ਬੈਡਰੂਮ ਦੇਖ ਲਓ, ਲਿਵਿੰਗ ਰੂਮ, ਫੈਮਿਲੀ ਰੂਮ, ਕਿਚਨ, ਡਾਈਨਿੰਗ ਰੂਮ, ਸਭ ਦੇਖ ਕੇ ਆਪ ਤੇ ਗੱਲ ਕਰੋ ਕਿ ਸਾਨੂੰ ਫਿਰ ਕਿਹੜੇ ਰੂਪ ਦਾ ਰੱਬ ਚਾਹੀਦਾ। ਕਿ ਅਸੀਂ ਆਪਣੇ ਆਪ ਨੂੰ ਭੁਲੇਖਾ ਨਹੀਂ ਦੇ ਰਹੇ ਨਿਰਾਕਾਰ ਸਾਕਾਰ ਰੂਪਾਂ ਦੇ ਵਿੱਚ ਉਲਝਾ ਕੇ? ਤੇ ਉਸ ਤੋਂ ਅੱਗੇ ਜੋ ਅਸੀਂ ਕੀਤਾ, ਇਹ ਸੱਚਾਈ ਤੋਂ ਮੂੰਹ ਮੋੜ ਲਿਆ, ਇਹ ਸੱਚਾਈ ਨੂੰ ਸੁਣਨਾ ਨਹੀਂ ਚਾਹੁੰਦੇ ਤੇ ਆਡੰਬਰਾਂ ਦੇ ਵਿੱਚ ਪੈ ਗਏ। ਆਡੰਬਰ ਉਸ ਤਰੀਕੇ ਦਾ ਆਡੰਬਰ ਜਿਹਦੇ ਬਾਬਤ ਨਾਨਕ ਪਾਤਸ਼ਾਹ ਨੇ ਜਦੋਂ ਮਸੀਤ ਦੇ ਵਿੱਚੋਂ ਨਮਾਜ਼ ਪੜ੍ਹਨ ਲਈ ਗਏ ਤੇ ਮੌਲਵੀ ਉਹਨਾਂ ਨੇ ਇਹੀ ਗੱਲ ਕਹੀ ਕਿ ਕਿਹੀ ਨਮਾਜ਼, ਮਨ ਤੇ ਤੁਹਾਡਾ ਬਾਹਰ ਭਟਕ ਰਿਹਾ ਸੀ, ਮਨ ਤੇ ਤੁਹਾਡਾ ਬਾਹਰ ਘੁੰਮ ਰਿਹਾ ਸੀ। ਆਪਣੇ ਆਪ ਨੂੰ ਭੁਲੇਖਾ ਦੇ ਦੇ ਕਿ ਅਸੀਂ ਆਡੰਬਰ ਕਰ ਲਿਆ। ਅੱਜ ਦਾ ਜਿਹੜਾ ਪਾਠ ਜਾਂ ਪੂਜਾ ਦੇ ਰੂਪ 'ਚ ਆਡੰਬਰ ਸੀਗਾ, ਅਸੀਂ ਉਹ ਕਰ ਲਿਆ। ਉਹਦਾ ਫਾਇਦਾ ਕੀ? ਜੀਵਨ ਦੇ ਵਿੱਚ ਈਰਸ਼ਾ, ਦਵੈਸ਼, ਨਫ਼ਰਤ, ਇੱਕ ਦੂਜੇ ਤੋਂ ਦੂਰੀ, ਘ੍ਰਿਣਾ, ਇਹ ਸਭ ਵੱਧ ਗਈ। ਪਿਆਰ ਤੇ ਨਹੀਂ ਪਿਆ ਕਿਸੇ ਦੇ ਨਾਲ। ਉਹ ਜਿਹੜੇ ਰਿਸ਼ਤੇ ਸੀਗੇ ਨਾ ਟੁੱਟਣ ਵਾਲੇ ਵੀ, ਉਹ ਅਸੀਂ ਠੋਕਰਾਂ ਮਾਰ ਮਾਰ ਕੇ ਮਿੱਟੀ 'ਚ ਰੋਲ ਦਿੱਤੇ। ਉਸ ਤੋਂ ਬਾਅਦ ਕਿਹੜੇ ਰੱਬ ਦੀ ਗੱਲ ਕਰਦੇ ਹਾਂ? ਨਿਰਾਕਾਰ, ਉਹ ਜੋ ਦਿਖ ਨਹੀਂ ਰਿਹਾ, ਉਹ ਜੋ ਸੁਣਾਈ ਨਹੀਂ ਦਿੰਦਾ, ਤੇ ਉਹ ਜੋ ਦਿਖਦਾ ਨਹੀਂ, ਉਹ ਜੋ ਸੁਣਾਈ ਨਹੀਂ ਦਿੰਦਾ, ਉਹ ਰੱਬ ਕਿਹੋ ਜਿਹਾ ਹੋਇਆ? ਉਹਦੇ ਨਾਲ ਸਾਡੀ ਗੱਲਬਾਤ ਨਹੀਂ ਹੋ ਰਹੀ, ਅਸੀਂ ਉਹਦੇ ਤੱਕ ਕੋਈ ਸੁਨੇਹਾ ਨਹੀਂ ਪਹੁੰਚਾ ਪਾ ਰਹੇ, ਸਾਡੀ ਅਰਦਾਸ ਨਹੀਂ, ਕੋਈ ਜੋਦੜੀ, ਕੋਈ ਅਰਜ਼ੋਈ, ਕੋਈ ਪ੍ਰਾਰਥਨਾ ਨਹੀਂ ਸੁਣ ਰਿਹਾ ਕੋਈ। ਕਾਰਨ ਜਨ ਕੀ ਅਰਦਾਸ ਬਿਰਥੀ ਨਾ ਜਾਏ। ਅਸੀਂ ਜਨ ਨਹੀਂ ਹੋ ਸਕੇ, ਸਾਡੇ ਅੰਦਰ ਕਮੀਆਂ ਹੈ। ਨਿਰਾਕਾਰ ਦਾ ਖਾਕਾ ਬਣਾ ਲਿਆ, ਨਿਰਾਕਾਰ ਕਹਿੰਦੇ ਆ ਜੀ, ਨਿਰਾਕਾਰ ਨਿਰਾਕਾਰ, ਪਰ ਉਹਦੇ ਨਾਲ ਗੱਲਬਾਤ ਹੁੰਦੀ ਹੈ ਸਾਡੀ? ਕਦੀ ਤੇ ਉਹਦੇ ਨਾਲ ਗੱਲ ਕਰੀਏ, ਕਦੀ ਤੇ ਉਹਦੇ ਸਮਕਸ਼ ਬੈਠੀਏ, ਤੇ ਉਹ ਜਿਹੜਾ ਨਿਰਾਕਾਰ ਹੈ ਉਹਦੇ ਨਾਲ ਬੈਠਾਂਗੇ ਕਿੱਦਾਂ, ਗੱਲਬਾਤ ਕਿੱਦਾਂ ਕਰਾਂਗੇ? ਤੇ ਉਹ ਜਿਹੜੇ ਸਾਕਾਰ ਸੀਗੇ, ਉਹ ਜਿਹੜੇ ਅੱਜ ਤੋਂ ਕਈ ਸੌ, ਕਈ ਹਜ਼ਾਰਾਂ ਸਾਲ ਪਹਿਲਾਂ ਜਾ ਚੁੱਕੇ ਨੇ, ਉਹਨਾਂ ਨਾਲ ਸਾਡੀ ਗੱਲਬਾਤ ਕਿੱਦਾਂ ਹੋਏਗੀ? ਉਹ ਵੀ ਜਾ ਚੁੱਕੇ ਨੇ। ਅੱਜ ਅਗਰ ਕ੍ਰਾਈਸਟ ਸਾਹਿਬ ਦੀ ਗੱਲ ਕਰੀਏ, ਕ੍ਰਾਈਸਟ ਸਾਹਿਬ ਤੇ ਕਿੰਨੇ ਸਮੇਂ ਤੋਂ ਜਾ ਚੁੱਕੇ ਨੇ। ਅੱਜ ਅਗਰ ਕ੍ਰਿਸ਼ਨ ਮਹਾਰਾਜ ਜੀ ਦੀ ਗੱਲ ਕਰੀਏ, ਕਿੰਨੇ ਸਮੇਂ ਤੋਂ ਜਾ ਚੁੱਕੇ ਨੇ। ਨਾਨਕ ਪਾਤਸ਼ਾਹ ਦੀ ਗੱਲ ਕਰੀਏ, ਕਿੰਨੇ ਸਮੇਂ ਤੋਂ ਜਾ ਚੁੱਕੇ ਨੇ। ਪਰ ਉਹ ਸਰੀਰ ਗਏ। ਜਿਸ ਵੇਲੇ ਮੁਹੰਮਦ ਸਾਹਿਬ ਨੇ ਸਰੀਰ ਛੱਡਿਆ ਤੇ ਉਸ ਸਮੇਂ ਕਹਿ ਦਿੱਤਾ ਗਿਆ, ਕਹਿੰਦੇ ਕਿ ਮੁਹੰਮਦ ਸਾਹਿਬ ਚਲੇ ਗਏ। ਕਹਿੰਦੇ ਮੁਹੰਮਦ ਸਾਹਿਬ ਨੇ ਇੱਕੋ ਗੱਲ ਕਹੀ, ਕਹਿੰਦੇ ਮੁਹੰਮਦ ਤੇ ਚਲਾ ਗਿਆ, ਪਰ ਉਹ ਅੱਲਾਹ ਤਾਲਾ ਤੇ ਨਹੀਂ ਗਿਆ, ਉਹ ਰੱਬ ਤੇ ਕਿਤੇ ਨਹੀਂ ਗਿਆ, ਉਹ ਰੱਬ ਤੇ ਕਿਤੇ ਨਹੀਂ ਗਿਆ। ਤੇ ਜੇ ਉਹ ਰੱਬ ਕਿਤੇ ਨਹੀਂ ਗਿਆ ਤੇ ਫਿਰ ਉਹ ਰੱਬ ਹੈ ਕਿੱਥੇ? ਉਹ ਰੱਬ ਹੈ ਕਿੱਥੇ? ਨਾ ਸਾਨੂੰ ਨਿਰਾਕਾਰ ਦੇ ਵਿੱਚੋਂ ਦਰਸ਼ਨ ਹੁੰਦੇ। ਉਹ ਸਾਕਾਰ ਜਿਹੜੇ ਸਰੀਰ ਛੱਡ ਕੇ ਜਾ ਚੁੱਕੇ, ਜਾਂ ਅਸੀਂ ਉਹਨਾਂ ਦੀ ਆਸਾਂ 'ਚ ਬੈਠੇ ਹਾਂ, ਕਹਿੰਦੇ ਹਾਂ ਅਸੀਂ ਸਾਕਾਰ ਨੂੰ ਮੰਨਦੇ ਹਾਂ, ਤੇ ਸਾਡੇ ਮੌਜੂਦਾ ਸਮੇਂ ਦੇ ਵਿੱਚ ਅਗਰ ਕੋਈ ਪੀਰ ਫਕੀਰ ਆਉਂਦਾ ਹੈ, ਉਹਨਾਂ ਤੋਂ ਸਾਡੀ ਘ੍ਰਿਣਾ ਹੈ। ਫਿਰ ਉਹ ਜਿਹੜੇ ਮੁਹੰਮਦ ਸਾਹਿਬ ਨੂੰ ਚੰਗਾ ਮੰਦਾ ਬੋਲਦੇ ਰਹੇ, ਉਹ ਜਿਹੜੇ ਨਾਨਕ ਪਾਤਸ਼ਾਹ ਨੂੰ ਚੰਗਾ ਮੰਦਾ ਬੋਲਦੇ ਰਹੇ, ਉਹਨਾਂ ਨੂੰ ਅਸੀਂ ਨਿੰਦਦੇ ਹਾਂ। ਪਰ ਅੱਜ ਸਾਡੇ ਜੀਵਨ 'ਚ ਅਗਰ ਕੋਈ ਮਹਾਂਪੁਰਸ਼ ਆਉਂਦਾ, ਸਾਡੇ ਸਮਕਸ਼ ਕੋਈ ਆਉਂਦਾ, ਅਸੀਂ ਉਹਨਾਂ ਨੂੰ ਸ਼ਰੇਆਮ ਨਿੰਦਦੇ ਹਾਂ, ਅਸੀਂ ਸ਼ਰੇਆਮ ਚੰਗਾ ਮੰਦਾ ਬੋਲਦੇ ਹਾਂ, ਤੇ ਉਸ ਤੋਂ ਬਾਵਜੂਦ ਅਸੀਂ ਆਪਣੇ ਆਪ ਨੂੰ ਚੰਗਿਆਂ ਵਿੱਚ ਸੁਣਨਾ ਚਾਹੁੰਦੇ ਹਾਂ, ਚੰਗਾ ਕਹਾਣਾ ਚਾਹੁੰਦੇ ਹਾਂ, ਚੰਗੇ ਬਣ ਕੇ ਰਹਿਣਾ ਚਾਹੁੰਦੇ ਹਾਂ। ਪਰ ਗੁਰਬਾਣੀ ਨੇ ਅੱਗੇ ਵੀ ਕਹਿ ਦਿੱਤਾ, ਕਹਿੰਦੇ ਕਿ
हम नहीं चंगे, बुरा नहीं कोय, प्रणमत नानक तारे सोए। ਪਹਿਲਾਂ ਅਵਸਥਾ ਤੇ ਲੈ ਕੇ ਆਈਏ ਕਿ ਨਹੀਂ ਮੈਂ ਬੁਰਾ ਹਾਂ। ਕਿਸੇ ਵੀ ਸਿਚੁਏਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਪਹਿਲਾਂ ਆਪਣੀ ਗਲਤੀ ਨਹੀਂ ਮੰਨਦੇ, ਦੂਜੇ ਨੂੰ ਬੁਰਾ ਠਹਿਰਾਉਂਦੇ ਹਾਂ, ਦੂਜੇ ਤੇ ਦੋਸ਼ ਲਾਉਂਦੇ ਹਾਂ, ਆਪਣੇ ਮੋਢਿਆਂ ਦਾ ਭਾਰ ਦੂਜੇ ਤੇ ਪਾ ਕੇ ਆਪਣੇ ਆਪ ਨੂੰ ਸੁਖਾਲਾ ਕਰ ਲੈਂਦੇ ਹਾਂ। ਪਰ ਇਹ ਕਿਉਂ ਭੁੱਲਦੇ ਹਾਂ ਕਿ ਉਹ ਜੋ ਰੱਬ ਹੈ, ਉਹਦੀ ਜਿਹੜੀ ਅਦਾਲਤ ਹੈ, ਉਹ ਅਸੀਂ ਨਾ ਦੇਖੀਏ ਉਸ ਕਬੂਤਰ ਦੀ ਤਰ੍ਹਾਂ ਜੋ ਅੱਖਾਂ ਮੂੰਦ ਕੇ ਬਹਿ ਜਾਂਦਾ ਬਿੱਲੀ ਨੂੰ ਦੇਖ ਕੇ। ਅਸੀਂ ਅੱਖਾਂ ਮੂੰਦ ਲਈਏ ਕਿ ਰੱਬ ਕਿਤੇ ਵੀ ਨਹੀਂ, ਨਿਰਾਕਾਰ ਹੈ, ਉਹ ਕਿਹੜਾ ਦਿਖਦਾ, ਸਾਕਾਰ ਕਿਹੜਾ ਸਾਡੇ ਕੋਲ ਹੈਗਾ, ਇਹ ਫੋਟੋ ਜਿਹੜੀ ਹੈ, ਫੋਟੋ ਕਿਹੜੀ ਬੋਲਦੀ ਹੈ, ਇਹ ਮੂਰਤੀ ਕਿਹੜਾ ਸਾਨੂੰ ਰੋਕ ਲਏਗੀ। ਅਤੇ ਜੀਆ ਜੰਤ ਜੋ ਸਾਡੇ ਇਰਦ ਗਿਰਦ ਨੇ, ਸਾਨੂੰ ਜੋ ਰੋਕਦੇ ਨੇ, ਟੋਕਦੇ ਨੇ, ਅਸੀਂ ਉਹਨਾਂ ਦੀ ਸੁਣਨੀ ਨਹੀਂ, ਅਸੀਂ ਉਹਨਾਂ ਨੂੰ ਬੋਲਣ ਨਹੀਂ ਦੇਣਾ। ਅਤੇ ਜੀਵਨ ਜਿਹੋ ਜਿਹਾ ਅਸੀਂ ਜੀ ਰਹੇ ਹੈਗੇ ਹਾਂ, ਤੁਰੇ ਹਾਂ, ਸਤਸੰਗ ਦਾ ਫਾਇਦਾ ਕੀ, ਕਿਸੇ ਫਕੀਰ ਦਾ ਜੀਵਨ 'ਚ ਆਉਣ ਦਾ ਫਾਇਦਾ ਕੀ? ਕੀ ਕੋਈ ਗੱਲ ਸਮਝ ਸਕਿਆ? ਕਿ ਕਿਸੇ ਨੂੰ ਕੋਈ ਗੱਲ ਸਮਝ ਆਈ? ਜ਼ਿਆਦਾ ਤੋਂ ਜ਼ਿਆਦਾ ਕਿਸੇ ਨੂੰ ਇੰਨੀ ਕੁ ਗੱਲ ਸਮਝ ਆਈ ਕਿ ਮੈਂ ਧਾਰਮਿਕ ਬੰਦਾ ਹਾਂ, ਮੈਂ ਇਸ ਧਰਮ ਦੇ ਨਾਲ ਜੁੜਿਆ ਹਾਂ, ਅਤੇ ਇਸ ਧਰਮ ਦੇ ਵਿੱਚ ਮੈਂ ਹੁਣ ਦੂਜੇ ਧਰਮ ਵਾਲੇ ਨੂੰ ਸਾਹਮਣੇ ਖੜਾ ਨਹੀਂ ਹੋਣ ਦੇਵਾਂਗਾ। ਇਹ ਸਾਡਾ ਧਰਮ ਹੈ, ਇਹ ਸਾਡੇ ਧਾਰਮਿਕ ਹਾਂ ਅਸੀਂ ਇਹੋ ਜਿਹੇ ਜੀਵ ਕਿ ਦੂਜੇ ਧਰਮ ਦੇ ਜੀਵ ਨੂੰ, ਦੂਜੀ ਜਾਤ ਦੇ ਜੀਵ ਨੂੰ, ਇਹਨਾਂ ਨੂੰ ਮੈਂ ਆਪਣੇ ਸਮਕਸ਼ ਖੜਾ ਨਹੀਂ ਹੋਣ ਦੇਵਾਂਗਾ, ਬੋਲਣ ਨਹੀਂ ਦੇਵਾਂਗਾ। ਕਿਸ ਬੇਸ 'ਤੇ? ਕਿ ਮੇਰਾ ਜਿਹੜਾ ਰੱਬ ਹੈਗਾ ਤੇਰੇ ਰੱਬ ਤੋਂ ਵੱਡਾ ਹੈ। ਅਤੇ ਮੂਲ ਤੇ ਅਸੀਂ ਸਮਝੇ ਨਹੀਂ ਧਾਰਮਿਕ ਹੋਣ ਤੋਂ, ਕਿ ਧਰਮ ਦਾ ਮੂਲ ਸੀਗਾ ਰੱਬ ਇੱਕ ਹੈ। ਹਰ ਇੱਕ ਧਰਮ ਦੇ ਵਿੱਚ ਇਹੀ ਗੱਲ ਕਹੀ ਗਈ, ਹਰ ਇੱਕ ਮਹਾਂਪੁਰਸ਼ ਨੇ ਇਹੀ ਗੱਲ ਕਹੀ ਕਿ ਰੱਬ ਇੱਕ ਹੈ। ਅਤੇ ਉਸ ਤੋਂ ਬਾਵਜੂਦ ਜਿਹੜੇ ਧਰਮ ਦੇ ਠੇਕੇਦਾਰ, ਧਰਮ ਦੇ ਆਗੂ ਬਣ ਕੇ ਤੁਰੇ ਨੇ, ਉਹਨਾਂ ਦੀਆਂ ਗੱਲਾਂ ਕੀ ਨੇ? ਕਿ ਮੇਰਾ ਰੱਬ ਤੇਰੇ ਰੱਬ ਤੋਂ ਵੱਡਾ, ਮੇਰਾ ਰੱਬ ਤੇਰੇ ਰੱਬ ਤੋਂ ਚੰਗਾ, ਮੇਰਾ ਰੱਬ ਤੇਰੇ ਰੱਬ ਤੋਂ ਉੱਚਾ। ਔਰ ਰੱਬ ਦੀ ਗੱਲ ਕਰਦੇ ਕਰਦੇ ਫਿਰ ਜੀਵ ਆਪਣੀ ਗੱਲ ਕਰਨ ਲੱਗ ਗਏ, ਮੈਂ ਤੇਰੇ ਤੋਂ ਉੱਚਾ, ਮੈਂ ਤੇਰੇ ਤੋਂ ਗੁਣੀ ਗਿਆਨੀ, ਮੈਂ ਤੇਰੇ ਤੋਂ ਚੰਗਾ। ਅਤੇ ਬਾਣੀ ਦੀਆਂ ਪੰਕਤੀਆਂ ਫਿਰ ਪੂਰੀਆਂ ਨਹੀਂ ਹੋਈਆਂ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਦੂਜਿਆਂ ਨੂੰ ਜਿਹੜਾ ਅਸੀਂ ਬੁਰਾ ਬੋਲਣ ਲੱਗੇ ਹੋਏ ਹਾਂ, ਚੰਗਾ ਮੰਦਾ ਬੋਲਣ ਲੱਗੇ ਹੋਏ ਹਾਂ, ਇਹਨਾਂ ਗੱਲਾਂ ਦੇ ਵਿੱਚ ਅਸੀਂ ਨਾ ਪਈਏ। ਆਪਣੇ ਕਰਮਾਂ ਨੂੰ ਦੇਖ ਲਈਏ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਦੇ। ਆਪਣੇ ਕਰਮ ਦੀ ਗਤ ਦੇਖੀਏ ਨਾ, ਆਪਣੇ ਆਪ ਨੂੰ ਪਛਾਣੀਏ, ਅਸੀਂ ਕੀ ਕਰ ਰਹੇ ਹਾਂ ਰੋਜ਼ਾਨਾ, ਕੀ ਸਾਡਾ ਜੀਵਨ ਵਰਥਵਾਈਲ ਹੈ? ਅਗਰ ਵਰਥਵਾਈਲ ਨਹੀਂ ਹੈ ਤੇ ਇਸ ਕਰਕੇ ਕਬੀਰ ਸਾਹਿਬ ਨੂੰ ਕਹਿਣਾ ਪਿਆ, ਜੋ ਸਾਡੇ ਜੀਵਨ 'ਚ ਅਸੀਂ ਕਦੇ ਵੀ ਨਹੀਂ ਕਹਿ ਸਕਾਂਗੇ। ਕਹਿੰਦਾ ਸੁਖੀਆ ਸਭ ਸੰਸਾਰ ਖਾਏ ਔਰ सोए, दुखिया एक कबीर जन जो जागे और रोए। वो बेचारे रोन परेशानी च दुखी, उन्होंने नींद भी नहीं आती। अपने इर्द गिर्द जीवां की ढैंदी कला देख के पता है सामने काल है, नरक है, बर्बादी है, तबाही है। ਅਸੀਂ ਸੱਚਾਈ ਤੋਂ ਦੌੜ ਰਹੇ ਹਾਂ ਨਾ। ਉਹ ਜਿਹੜੇ ਦੌੜ ਗਏ ਪਿਛਲੇ 5-7 ਸਾਲਾਂ ਤੋਂ, ਬਾਬਾ ਜੀ ਕੀ ਕਹਿੰਦੇ ਸੀਗੇ ਨਿਊਯਾਰਕ ਦੇ ਵਿੱਚ ਡੇਰੇ 'ਚ, ਸੰਭਾਲ ਲਓ, ਇਹ ਸਭ ਲੁੱਟ ਪੁੱਟ ਹੋ ਜਾਏਗਾ। ਤਬਾਹੀ ਦਿਖ ਰਹੀ ਹੈ ਇੱਕ ਫਕੀਰ ਨੂੰ, ਤਬਾਹੀ ਦਿਖ ਰਹੀ ਹੈ, ਹਰ ਇੱਕ ਦੇ ਅੱਗੇ ਰੋਏ ਗਿੜਗਿੜਾਏ। ਉਹ ਜਿਹੜੇ ਲੂਜ਼ਰ ਸੀਗੇ ਜੀਵਨ ਦੇ ਵਿੱਚ, ਉਹ ਜਿਹੜੇ ਧਰਮ ਦੇ ਠੇਕੇਦਾਰ ਬਣ ਕੇ ਕਹਿੰਦੇ ਜੀ ਅਸੀਂ ਧਰਮ 'ਚ ਪੱਕੇ ਹਾਂ, ਉਹ ਕਿਸੇ ਪਾਸੇ ਦੇ ਵੀ ਨਹੀਂ। ਉਹ ਜਿਹੜੇ ਬਣਿਆ ਹੋਇਆ ਘਰ ਨਹੀਂ ਬਚਾ ਸਕੇ, ਉਹ ਜਿਹੜਾ ਬਣਿਆ ਹੋਇਆ ਗੁਰੂ ਘਰ ਨਹੀਂ ਸੰਭਾਲ ਸਕੇ, ਅਤੇ ਉਹ ਜੀਵਨ ਦੇ ਵਿੱਚ ਕਿੱਥੇ ਖੜ੍ਹੇ ਹੋਣਗੇ? ਪਰ ਉਹ ਫਕੀਰ ਦੀ ਗੱਲ ਨਾ ਮੰਨ ਕੇ ਤਬਾਹੀ ਕਰ ਲਈ, ਫਕੀਰ ਨੂੰ ਛੱਡ ਦਿੱਤਾ। ਕਾਰਨ ਹੁਣ ਘਰ 'ਚ ਚੰਗਾ ਹੈ ਨਾ ਸਾਰਾ, ਕੋਈ ਰੋਕਣ ਟੋਕਣ ਵਾਲਾ ਹੀ ਨਹੀਂ। ਅਤੇ ਉਹੀ ਸਾਡਾ ਅਡੰਬਰ, ਉਹੀ ਮੂਰਤੀ, ਉਹੀ ਫੋਟੋ, ਉਹੀ ਪੂਜਾ ਕਰੀ ਜਾਓ, ਸਾਨੂੰ ਕੋਈ ਰੋਕੇਗਾ ਨਹੀਂ, ਟੋਕੇਗਾ ਨਹੀਂ। ਅਤੇ ਉਹ ਫਕੀਰ ਜਿਹੜਾ ਟੋਕਦਾ ਸੀ, ਰੋਕਦਾ ਸੀ, ਉਹਨੂੰ ਚੱਕ ਕੇ ਅਸੀਂ ਬਾਹਰ ਮਾਰਿਆ। ਹੁਣ ਸਾਨੂੰ ਖੁਸ਼ੀ ਹੈ। ਅਤੇ ਦੁਖੀਆ ਕਬੀਰ ਸਾਹਿਬ ਤਾਂ ਦੁਖੀ ਸੀਗੇ, ਤਾਂ ਹੀ ਸੌਂਦੇ ਨਹੀਂ ਸੀਗੇ, ਤਾਂ ਹੀ ਰੋਂਦੇ ਰਹਿੰਦੇ ਸੀਗੇ।
ਤੇ ਮੌਜੂਦਾ ਸਮੇਂ ਦੇ ਵਿੱਚ ਫਕੀਰ ਜੋ ਆਉਣ ਵਾਲੇ ਸਮੇਂ ਦੀ ਗੱਲ ਤੋਂ ਵਰਜਦਾ ਹੈ ਕਿ ਇਹ ਕੰਮ ਨਾ ਕਰੋ, ਨੁਕਸਾਨ ਹੋਏਗਾ, ਗਲਤੀ ਹੈ, ਬਰਬਾਦੀ ਹੋਏਗੀ, ਤਬਾਹੀ ਹੋਏਗੀ, ਕਿਸੇ ਨੇ ਨਹੀਂ ਸੁਣੀ। ਸਾਡੇ ਅੱਖਾਂ ਦੇ ਸਮਕਸ਼ ਤੇ ਗੁਰੂ ਘਰ ਵੀ ਉੱਜੜ ਗਿਆ, ਤੇ ਉਹ ਜਿਹੜੇ ਜਿਆਜੰਦ ਘਰਾਂ 'ਚ ਆਪਣੇ ਬਹਿ ਗਏ, ਫਕੀਰ ਤੋਂ ਵੀ ਦੂਰੀ ਕਰ ਲਈ, ਸਮਝ ਕਿਸੇ ਨੂੰ ਵੀ ਕੁਛ ਨਹੀਂ ਆਈ, ਔਰ ਆਪਣੇ ਘਰਾਂ 'ਚ ਖੁਸ਼ ਨੇ ਸਭ। ਜੀਵਨ 'ਚੋਂ ਸਤਸੰਗ ਛੁੱਟ ਗਿਆ, ਇੱਕ ਫਕੀਰ ਦਾ ਸਾਥ ਛੁੱਟ ਗਿਆ। ਫਿਰ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਫਿਰ ਜਦੋਂ ਉਹਨਾਂ ਨੇ ਸ਼ੁਰੂਆਤ 'ਚ ਕਹੀ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹਨੂੰ ਹਰ ਜਿਹੜਾ ਹੈਗਾ, ਹਰੀ, ਰੱਬ, ਓਂਕਾਰ, ਪਰਮੇਸ਼ਵਰ, ਉਹਨੂੰ ਜੇ ਨਿਰਾਕਾਰ ਮੰਨ ਲਿਆ ਤੇ ਫਿਰ ਉਹ ਮਾਤਾ ਕਿਵੇਂ ਹੋਇਆ, ਉਹ ਪਿਤਾ ਕਿਵੇਂ ਹੋਇਆ, ਉਹ ਪ੍ਰਤਪਾਲਕ, ਸਾਡੀ ਪਾਲਣਾ ਕਰਨ ਵਾਲਾ ਕਿੱਦਾਂ ਹੋਇਆ। ਇਹਦਾ ਮਤਲਬ ਉਹਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਭਾਸ ਕਰਨਾ ਪਏਗਾ, ਆਭਾਸ ਕਰਨਾ ਪਏਗਾ, ਤਾਂ ਇਹ ਪੰਕਤੀਆਂ ਸਮਝ ਆਉਣਗੀਆਂ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹ ਤਾਂ ਦੇ ਟੇਕ ਕੇਅਰ ਕਰਦਾ ਜਦੋਂ ਅਸੀਂ ਬੱਚੇ ਬਣ ਜਾਈਏ। ਜਦੋਂ ਤੱਕ ਬੱਚੇ ਨੂੰ ਸੋਝੀ ਨਹੀਂ ਹੁੰਦੀ, ਜਦੋਂ ਤੱਕ ਬੱਚੇ ਨੂੰ, ਮਾਤਾ ਪਿਤਾ ਨੂੰ ਪਤਾ ਲੱਗਦਾ ਹੈ ਕਿ ਇਹ ਬੱਚਾ ਅਜੇ ਆਪਣੇ ਆਪ ਦੀ ਟੇਕ ਕੇਅਰ ਨਹੀਂ ਕਰ ਸਕਦਾ, ਤੇ ਮਾਤਾ ਪਿਤਾ ਥਾਂ ਥਾਂ 'ਤੇ ਉਹਦੇ ਅੰਗ ਸੰਗ ਉਹਦੀ ਮਦਦ ਕਰਦੇ ਨੇ, ਉਹਦੀ ਟੇਕ ਕੇਅਰ ਕਰਦੇ ਨੇ, ਖਿਆਲ ਕਰਦੇ ਨੇ। ਪਰ ਇੱਕ ਦਿਨ ਆ ਜਾਂਦਾ ਜਦੋਂ ਉਹੀ ਮਾਤਾ ਪਿਤਾ ਉਹਦੀ ਮਦਦ ਕਰਨ ਤੋਂ ਇਨਕਾਰ ਕਰ ਦਿੰਦੇ ਨੇ। ਉਹ ਕਹਿ ਦਿੰਦੇ ਨੇ ਹੁਣ ਤੂੰ ਵੱਡਾ ਹੋ ਗਿਆ, ਹੁਣ ਤੂੰ ਆਪਣਾ ਫਿਕਰ ਆਪੇ ਕਰ, ਆਪਣਾ ਖਿਆਲ ਆਪੇ ਕਰਿਆ ਕਰ, ਆਪਣੀ ਟੇਕ ਕੇਅਰ ਆਪੇ ਕਰਿਆ ਕਰ। ਅਸੀਂ ਨਹੀਂ ਕਹਿੰਦੇ। ਤੇ ਜੇ ਅਸੀਂ ਰੱਬ ਦੇ ਸਮਕਸ਼ ਵੱਡੇ ਹੋ ਜਾਂਦੇ ਹਾਂ, ਫਿਰ ਰੱਬ ਕਹਿੰਦਾ ਆਪਣੀ ਟੇਕ ਕੇਅਰ ਆਪੇ ਕਰ। ਤੇ ਕੀ ਵਾਕਈ ਅਸੀਂ ਆਪਣੇ ਆਪ ਨੂੰ ਵੱਡਾ ਨਹੀਂ ਮੰਨ ਚੁੱਕੇ, ਉਮਰ ਪੱਖੋਂ ਵੀ ਤੇ ਅਹੁਦੇ ਪੱਖੋਂ ਵੀ? ਕੌਣ ਹੈ ਜਿਹੜਾ ਆਪਣੇ ਆਪ ਨੂੰ ਨਿਵਾਨ ਦੇ ਵਿੱਚ ਗਿਣਦਾ ਹੈ? ਕੌਣ ਹੈ ਜਿਹੜਾ ਆਪਣੇ ਆਪ ਨੂੰ ਛੋਟਾ ਮੰਨਦਾ? ਅੱਜ ਵੀ ਜੇ ਇਹ ਬਾਣੀ ਦੀਆਂ ਪੰਕਤੀਆਂ ਨੂੰ ਸਮਝਣਾ ਹੈ, ਹਰ ਜੀ ਮੇਰੀ ਪ੍ਰਤਪਾਲ ਕਰੇ ਹਮ ਹਰ ਕੇ ਬਾਲਕ, ਸਾਨੂੰ ਬਾਲ ਹੋਣਾ ਪਏਗਾ, ਬੱਚੇ ਹੋਣਾ ਪਏਗਾ ਉਹਦੇ ਸਮਕਸ਼। ਰੱਬ ਕਿਸੇ ਵੀ ਰੂਪ 'ਚ, ਚਾਹੇ ਨਿਰਾਕਾਰ ਹੈ, ਸਾਕਾਰ ਹੈ, ਚਾਹੇ ਕਿਸੇ ਬਾਣੀ ਰੂਪ 'ਚ ਹੈ, ਚਾਹੇ ਕਿਸੇ ਮੂਰਤੀ ਰੂਪ 'ਚ ਹੈ, ਉਹਦੇ ਸਮਕਸ਼ ਜਦੋਂ ਜਾਈਏ ਅਸੀਂ ਬੱਚੇ ਹੋ ਜਾਈਏ, ਅਣਜਾਣ ਬਣੇ ਰਹੀਏ, ਭੋਲੇ ਬਣੇ ਰਹੀਏ, ਸੱਚੇ ਬਣੇ ਰਹੀਏ। ਪਹਿਲਾਂ ਆਭਾਸ ਕਰੀਏ ਕਿ ਨਿਰਾਕਾਰ ਦਾ ਮਤਲਬ ਕੀ ਹੈ, ਸਾਕਾਰ ਦਾ ਮਤਲਬ ਕੀ ਹੈ, ਹੋਰ ਰੂਪਾਂ ਦਾ ਮਤਲਬ ਕੀ ਹੈ। ਕਿਸੇ ਵੀ ਰੂਪ 'ਚ ਉਹਨੂੰ ਧਿਆ ਲਈਏ, ਪਰ ਉਹਨੂੰ ਹਮੇਸ਼ਾ ਆਪਣੇ ਇਰਦ ਗਿਰਦ, ਆਪਣੇ ਅੰਗ ਸੰਗ ਮਹਿਸੂਸ ਕਰੀਏ। ਗੁਰੂ ਮੇਰੇ ਸੰਗ ਸਦਾ ਹੈ ਨਾਲ। ਉਹ ਰੱਬ ਜਿਹੜਾ ਹੈਗਾ, ਚਾਹੇ ਗੁਰੂ ਰੂਪ ਕਹਿ ਲਓ, ਚਾਹੇ ਰੱਬ ਰੂਪ ਕਹਿ ਲਓ, ਉਹਨੂੰ ਹਮੇਸ਼ਾ ਆਪਣੇ ਇਰਦ ਗਿਰਦ ਅੰਗ ਸੰਗ ਆਭਾਸ ਕਰੀਏ। ਤੇ ਜਦੋਂ ਅੰਗ ਸੰਗ ਆਭਾਸ ਕਰਾਂਗੇ ਤੇ ਬੱਚੇ ਬਣੇ ਰਹਾਂਗੇ, ਕਾਰਨ ਕਿ ਸਾਨੂੰ ਪਤਾ ਹੋਏਗਾ ਸਾਡੇ ਨਾਲ ਕੋਈ ਟੇਕ ਕੇਅਰ ਕਰਨ ਵਾਲਾ ਹੈ। ਔਰ ਉਹ ਜਿਹੜਾ ਅੰਗ ਸੰਗ ਦਾ ਆਭਾਸ ਹੋਏਗਾ, ਉਹ ਸਾਨੂੰ ਫਿਰ ਬੁਰੇ ਕਰਮਾਂ ਤੋਂ ਰੋਕੇਗਾ ਕਿ ਨਹੀਂ, ਮੈਂ ਜਦੋਂ ਕੁਝ ਬੁਰਾ ਕਰਾਂਗਾ ਉਹ ਦੇਖ ਰਿਹਾ। ਇਸੇ ਕਰਕੇ ਕਿਸੇ ਫਕੀਰ ਨੇ ਕਿਹਾ, ਕਹਿੰਦੇ ਕਿ ਹਰ ਗਲਤ ਮੋੜ ਪੇ ਰੋਕਾ ਹੈ ਕਿਸੀ ਨੇ, ਇੱਕ ਆਵਾਜ਼ ਜਬ ਸੇ ਮੇਰੇ ਸਾਥ ਹੋਈ। ਉਹ ਜਿਹੜੀ ਆਵਾਜ਼ ਉਸ ਰੱਬ ਦੀ ਜਦੋਂ ਅੰਗ ਸੰਗ ਫੀਲ ਹੁੰਦੀ ਹੈ, ਫਿਰ ਜੀਵ ਬੁਰੇ ਕਰਮਾਂ ਤੋਂ ਆਪਣੇ ਆਪ ਨੂੰ ਰੋਕਦਾ, ਬੁਰੇ ਕਰਮ ਨਹੀਂ ਕਰਦਾ। ਤੇ ਫਿਰ ਜਦੋਂ ਉਹ ਸਾਕਾਰ ਰੂਪ, ਕਿਸੇ ਸਰੀਰ ਰੂਪ ਦੇ ਵਿੱਚ ਇਨਸਾਨ ਜਦੋਂ ਸਾਡੇ ਸਮਕਸ਼ ਆਉਂਦਾ, ਉਹਦੇ ਨਾਲ ਵੀ ਉਹ ਘ੍ਰਿਣਾ ਨਹੀਂ ਕਰ ਸਕਦਾ, ਉਹਨੂੰ ਕੋਈ ਧੋਖਾ, ਉਹਦੇ ਨਾਲ ਕੋਈ ਗਲਤ ਕੰਮ ਨਹੀਂ ਕਰ ਸਕਦਾ। ਕਾਰਨ ਉਹਨੂੰ ਪਤਾ ਹੁੰਦਾ ਕਿ ਇਹਨੂੰ ਪਤਾ ਲੱਗ ਜਾਏਗਾ ਜੋ ਮੇਰੇ ਅੰਗ ਸੰਗ ਹੈ। ਪਰ ਅਸੀਂ ਕੀ ਕਰਦੇ ਹਾਂ? ਨਿਰਾਕਾਰ ਦਾ ਤੇ ਕੋਈ ਸਾਰ ਨਹੀਂ। ਉਹ ਜਿਹੜੇ ਵੀ ਰੂਪ ਦੇ ਵਿੱਚ, ਚਾਹੇ ਸਾਕਾਰ ਰੂਪ ਦੇ ਵਿੱਚ ਜਾਂ ਕਿਸੇ ਵੀ ਰੂਪ 'ਚ, ਉਸ ਰੱਬ ਨੂੰ ਜਦੋਂ ਅਸੀਂ ਮੰਨਦੇ ਹਾਂ, ਉਹਦੇ ਸਮਕਸ਼ ਜਾ ਕੇ ਅਸੀਂ ਚੰਗੇ ਬਣ ਜਾਂਦੇ ਹਾਂ। ਕਿਸੇ ਗੁਰੂ ਘਰ ਜਾਓ ਨਾ, ਬੜਾ ਆਪਣਾ ਸਿਰ ਢੱਕ ਲਵਾਂਗੇ, ਆਪਣੇ ਆਪ ਨੂੰ ਸਵਾਰਾਂਗੇ, ਜਲ ਦੇ ਛਿੱਟੇ ਦੇਵਾਂਗੇ, ਬੜੇ ਸਾਊ ਬੱਚੇ ਜੇ ਬਣ ਕੇ ਜਾਵਾਂਗੇ। ਜੋ ਅਸੀਂ ਜਾਣਦੇ ਹਾਂ ਅਸੀਂ ਸੱਚ ਨਹੀਂ। ਤੇ ਜਦੋਂ ਅਸੀਂ ਜਾਣਦੇ ਹਾਂ ਤਾਂ ਰੱਬ ਨੂੰ ਵੀ ਤਾਂ ਪਤਾ ਕਿ ਇਹ ਸੱਚ ਨਹੀਂ, ਝੂਠ ਦਰਸਾ ਰਹੇ ਨੇ। ਤੇ ਉਹ ਝੂਠ ਦੇ ਨਾਲ ਸਾਨੂੰ ਝੂਠ ਹੀ ਮਿਲੇਗਾ, ਸੱਚਾਈ ਤੇ ਨਹੀਂ ਮਿਲੇਗੀ।
ਤੇ ਜੇ ਅਸੀਂ ਸਮਝਣਾ ਚਾਹੁੰਦੇ ਕਿ ਹਰ ਜੀ ਮੇਰੀ ਸਾਰ ਕਰੇ, ਤੇ ਉਹਦੇ ਨਾਲ ਕੋਈ ਰਿਸ਼ਤਾ ਕਾਇਮ ਕਰਨਾ ਪਏਗਾ, ਚਾਹੇ ਮਾਤਾ ਦਾ ਚਾਹੇ ਪਿਤਾ ਦਾ। ਜਿਵੇਂ ਕੱਲ੍ਹ ਦੀ ਗੱਲ ਕਰ ਰਹੀ ਸੀ, ਕਹਿੰਦੀ ਸਵੇਰੇ ਉੱਠਦੇ ਹੀ ਮੈਂ ਸ਼ੁਭ ਪ੍ਰਭਾਤ ਕਹਿ ਦਿੰਦੀ ਹਾਂ ਤੇ ਪੂਰਾ ਦਿਨ ਮੈਨੂੰ ਆਭਾਸ ਹੁੰਦਾ ਉਹ ਮੇਰੇ ਨਾਲ ਨੇ। ਤੇ ਕਿੰਨੀ ਵੱਡੀ ਅਵਸਥਾ, ਕਿੰਨੀ ਵੱਡੀ ਕਿਰਪਾ ਦੀ ਗੱਲ। ਤੇ ਸਾਡੇ ਜੀਵਨ 'ਚ ਅਸੀਂ ਧਿਆਨ ਕਰਕੇ ਦੇਖੀਏ ਸਾਨੂੰ ਕਦੋਂ ਆਭਾਸ ਹੁੰਦਾ ਹੈ, ਤੇ ਕਿੰਨਾ ਕੁ ਜੀਵਨ ਦੇ ਵਿੱਚ ਹੋਰ ਨੀਚੇ ਗੁਰ ਚੁੱਕੇ ਹਾਂ। ਤੇ ਗੱਲ ਕਰਦੇ ਹਾਂ ਨਾ ਇਨਸਾਨੀਅਤ ਦੀ ਸਾਡੇ ਪੱਲੇ ਰਹਿ ਗਈ, ਤੇ ਰੱਬ ਦਾ ਤੇ ਪਤਾ ਹੀ ਨਹੀਂ ਸਾਨੂੰ ਕਿਹੜੇ ਭੁਲੇਖੇ ਵਿੱਚ ਅਸੀਂ ਬੈਠੇ ਹਾਂ। ਸੋ ਆਭਾਸ ਕਰੀਏ, ਯਕੀਨ ਕਰੀਏ ਕਿ ਉਹ ਨਿਰਾਕਾਰ ਹੈ ਜਾਂ ਸਾਕਾਰ ਹੈ। ਨਿਰਾਕਾਰ ਮੰਨ ਕੇ ਸਾਡੇ ਵਿੱਚ ਹਿੰਮਤ ਹੋਣੀ ਚਾਹੀਦੀ, ਉਹਨੂੰ ਸਾਕਾਰ ਰੂਪ ਦੇ ਵਿੱਚ ਦੇਖੀਏ। ਜੇ ਸਾਕਾਰ ਰੂਪ ਦੇ ਵਿੱਚ ਉਹਨੂੰ ਦੇਖਦੇ ਹਾਂ, ਸਮਝਦੇ ਹਾਂ, ਤੇ ਉਹ ਸਾਕਾਰ ਰੂਪ ਨੂੰ ਅਸੀਂ ਫਿਰ ਸਾਡੇ ਇਰਦ ਗਿਰਦ ਜਿਹੜੇ ਜੀਵ ਘੁੰਮਦੇ ਨੇ ਉਹਨਾਂ ਦੇ ਵਿੱਚ ਵੀ ਉਹਨੂੰ ਜ਼ਰੂਰ ਉਹਨੂੰ ਪ੍ਰਗਟ ਕਰਕੇ ਉਹਦੇ ਦਰਸ਼ਨ ਜ਼ਰੂਰ ਕਰੀਏ। ਤਾਂ ਸਾਡੇ ਜੀਵਨ ਦੇ ਵਿੱਚ ਸੰਪੂਰਨਤਾ, ਇੱਕ ਸੱਚਾਈ, ਇੱਕ ਅੰਦਰ ਭਰਿਆਪਨ, ਇੱਕ ਅੰਦਰ ਕੰਪਲੀਟਨੈਸ।